पिछले वीडियो विच असी उन्हां नाट भेदां उत्ते नज़र मारी ਜਿਹੜੇ ਇਕਾਂਗੀ ਅਤੇ ਨਾਟਕ ਦੇ ਫਰਕ ਨੂੰ ਦੱਸਣ ਲਈ ਆਮ ਕੀਤੇ ਜਾਂਦੇ ਨੇ। ਹੁਣ ਵੇਖਦੇ ਹਾਂ ਕਿ ਉਹ ਸਥਾਪਨਾਵਾਂ ਅੱਜ ਕਿੰਨੀਆਂ ਕੁ ਢੁਕਵੀਆਂ ਤੇ ਸਾਰਥਕ ਨੇ। ਮੁਸ਼ਕਿਲ ਇਹ ਸੀ ਕਿ ਬਤੌਰ ਨਾਟ ਵਿਧਾ ਇਕਾਂਗੀ ਦਾ ਜਨਮ ਕਾਟਨ ਰੇਜ਼ਰ ਜਾਂ ਇੰਟਰਲਿਊਡ ਭਾਵ ਵੱਡੇ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਜਾਂ ਦੋ ਨਾਟਕਾਂ ਦੀ ਪੇਸ਼ਕਾਰੀ ਦੇ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਲਈ ਹੋਇਆ ਸੀ। ਇਸ ਨਾਲ ਇਕਾਂਗੀ ਨਾਟਕ ਦਾ ਜੋ ਪਹਿਲਾ ਪਛਾਣ ਚਿੰਨ੍ਹ ਸਥਾਪਿਤ ਹੋਇਆ ਉਹ ਸੀ ਇਸ ਦਾ ਜਾਂ ਇਸ ਵਿਚਲਾ ਹਾਸ ਵਿਅੰਗ ਅੰਸ਼। ਪਰ ਕਿਉਂਕਿ ਪੂਰੇ ਨਾਟਕ ਦੇ ਮੁਕਾਬਲੇ ਇਕਾਂਗੀ ਜਾਂ ਲਘੂ ਨਾਟਕ ਲਿਖਣਾ ਅਤੇ ਖੇਡਣਾ ਅਤੇ ਤਿਆਰ ਕਰਨਾ ਬਹੁਤ ਸੌਖਾ ਕੰਮ ਸੀ, ਜਿਸ ਕਾਰਨ ਬਾਅਦ ਵਿੱਚ ਬਹੁਤ ਤੇਜ਼ੀ ਨਾਲ ਇਕਾਂਗੀ ਰੂਪ ਪ੍ਰਚਲਿਤ ਹੋਇਆ, ਜਿਸ ਦਾ ਜ਼ਿਕਰ ਮੈਂ ਪਿਛਲੇ ਵੀਡੀਓ ਵਿੱਚ ਕੀਤਾ। ਕਿਉਂਕਿ ਇਹ ਬਹੁਤ ਕਿਫਾਇਤੀ ਕਿਸਮ ਦਾ ਮਾਧਿਅਮ ਸੀ, ਜਿਸ ਕਾਰਨ ਇਸ ਵਿੱਚ ਪ੍ਰਯੋਗ ਕਰਨੇ ਬਹੁਤ ਸੌਖੇ ਸਨ। ਤਾਂ ਇੱਥੇ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਇੱਕ ਵਿਧਾ ਵਜੋਂ ਇਕਾਂਗੀ ਦਾ ਜਨਮ ਕੋਈ ਕਾਵਿ ਸ਼ਾਸਤਰੀ ਵਖਰੇਵਿਆਂ ਕਾਰਨ ਨਹੀਂ ਸੀ ਹੋਇਆ ਕਿ ਜੀ ਪੂਰੇ ਨਾਟਕ ਦੇ ਵਿੱਚ ਇਹ ਨਹੀਂ ਹੁੰਦਾ ਤੇ ਚਲੋ ਅਸੀਂ ਇਕਾਂਗੀ ਜਾਂ ਲਘੂ ਨਾਟਕ ਵਿੱਚ ਇਹ ਕਰ ਸਕਦੇ ਹਾਂ ਜਾਂ ਕਰਾਂਗੇ। ਨਾਟਕ ਨਾਲੋਂ ਇਸ ਸਮੇਂ ਜਿਹੜੇ ਦੋ ਫਰਕ ਇਕਾਂਗੀ ਨੂੰ ਪਰਿਭਾਸ਼ਿਤ ਕਰਦੇ ਸਨ, ਵੱਖਰਾ ਬਣਾਉਂਦੇ ਸਨ, ਉਹ ਬਹੁਤ ਨਿੱਕੇ ਸਨ। ਪਹਿਲਾ ਕਿ ਮੱਧ ਕਾਲ ਤੱਕ ਮੰਚ ਉੱਤੇ ਰੌਸ਼ਨੀ ਪ੍ਰਬੰਧ ਅੱਜ ਵਾਂਗ ਉੱਨਤ ਹਾਲਤ ਵਿੱਚ ਨਹੀਂ ਸਨ। ਦ੍ਰਿਸ਼, ਸਮਾਂ ਜਾਂ ਸਥਾਨ ਬਦਲੀ ਦੀਆਂ ਅੱਜ ਵਰਗੀਆਂ ਤਕਨੀਕੀ ਸਹੂਲਤਾਂ ਤਾਂ ਸੋਚੀਆਂ ਵੀ ਨਹੀਂ ਸਨ ਜਾ ਸਕਦੀਆਂ। ਸੋ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਮੰਚ ਸੱਜਾ ਬਦਲਣ ਲਈ ਨਾਟਕ ਐਕਟਾਂ ਦੇ ਹਿਸਾਬ ਨਾਲ ਖੇਡੇ ਜਾਂਦੇ ਸਨ ਤੇ ਇਸੇ ਹੀ ਨਜ਼ਰੀਏ ਤੋਂ ਲਿਖੇ ਵੀ ਜਾਂਦੇ ਸਨ। ਹਰੇਕ ਐਕਟ ਤੋਂ ਬਾਅਦ ਪਰਦਾ ਡਿੱਗਦਾ ਸੀ ਤੇ ਜੇ ਲੋੜ ਹੁੰਦੀ ਸੀ ਤਾਂ ਪਰਦੇ ਪਿੱਛੇ ਦ੍ਰਿਸ਼, ਮੇਕਅਪ ਜਾਂ ਪਹਿਰਾਵਾ ਬਦਲ ਲਿਆ ਜਾਂਦਾ ਸੀ। ਇਸ ਤਰ੍ਹਾਂ ਇਕਾਂਗੀ ਜਾਂ ਲਘੂ ਨਾਟਕ ਦੀ ਉਤਪਤੀ ਦਾ ਪਹਿਲਾ ਆਧਾਰ ਇਹ ਬਣਿਆ ਕਿ ਇੱਕ ਅਜਿਹਾ ਨਾਟਕ ਜਿਹੜਾ ਇੱਕ ਅੰਕ ਭਾਵ ਇੱਕ ਐਕਟ ਵਿੱਚ ਮੁੱਕ ਜਾਏ। ਫਿਰ ਆਈ ਇਕਾਂਗੀ ਦਾ ਸਮਾਂ ਨਿਰਧਾਰਿਤ ਕਰਨ ਦੀ ਉਲਝਣ। ਇਸ ਵੇਲੇ ਤੱਕ ਪੱਛਮ ਵਿੱਚ ਨਾਟਕ ਆਮ ਕਰਕੇ 3 ਜਾਂ 5 ਐਕਟ ਦੇ ਹੁੰਦੇ ਸਨ ਤੇ ਉਹਨਾਂ ਦਾ ਕੁੱਲ ਰਨਿੰਗ ਟਾਈਮ, ਪੇਸ਼ਕਾਰੀ ਟਾਈਮ 2 ਤੋਂ 2.5 ਘੰਟੇ ਦਾ ਹੁੰਦਾ ਸੀ। 3 ਘੰਟੇ ਤੱਕ ਦੇ ਵੀ ਨਾਟਕਾਂ ਦੇ ਹਵਾਲੇ ਸਾਨੂੰ ਮਿਲਦੇ ਨੇ। ਇਸ ਹਿਸਾਬ ਨਾਲ ਇੱਕ ਐਕਟ ਆਮ ਕਰਕੇ 25 ਤੋਂ 45 ਮਿੰਟ ਦਾ ਹੁੰਦਾ ਸੀ, ਜਿਸ ਨੂੰ ਆਧਾਰ ਬਣਾ ਕੇ ਬਾਅਦ ਵਿੱਚ ਇਕਾਂਗੀ ਲਈ ਵੀ 25 ਤੋਂ 45 ਮਿੰਟ ਦਾ ਪੇਸ਼ਕਾਰੀ ਜਾਂ ਰਨਿੰਗ ਟਾਈਮ ਮਿਥ ਲਿਆ ਗਿਆ, ਮੰਨ ਲਿਆ ਗਿਆ। ਹੁਣ ਕਿਉਂਕਿ ਇੱਕੋ ਹੀ ਅੰਕ ਜਾਂ ਅੰਗ ਸੀ, ਇਸੇ ਕਰਕੇ ਇਸ ਦਾ ਨਾਮ ਪਿਆ ਇਕਾਂਗੀ। ਇਕਾਂਗੀ ਭਾਵ ਇੱਕ ਅੰਗੀ ਜਾਂ ਵਨ ਐਕਟ ਪਲੇ। ਹੁਣ ਇਕਾਂਗੀ ਨੂੰ ਜਦੋਂ ਨਾਟਕ ਦੇ ਇੱਕ ਐਕਟ ਜਿੰਨੀ ਮੰਨ ਲਿਆ ਗਿਆ ਤਾਂ ਜੋ ਪੂਰੇ ਨਾਟਕ ਦੇ ਇੱਕ ਐਕਟ ਦੀਆਂ ਵਿਸ਼ੇਸ਼ਤਾਵਾਂ ਸਨ, ਉਹ ਸਾਰੀਆਂ ਇਕਾਂਗੀ ਨਾਟਕ ਦੀਆਂ ਵਿਸ਼ੇਸ਼ਤਾਵਾਂ ਵੀ ਨਿਰਧਾਰਿਤ ਹੋ ਗਈਆਂ। ਅਰਸਤੂ ਦੇ ਸਮੇਂ ਤੋਂ ਹੀ ਐਕਟ ਵੰਡ ਦੀ ਤਕਨੀਕ ਇਹ ਸੀ ਕਿ ਜਿੱਥੇ ਕਥਾਨਕ ਵਿੱਚ ਸਮੇਂ ਅਤੇ ਸਥਾਨ ਦੀ ਤਬਦੀਲੀ ਹੁੰਦੀ ਸੀ, ਉੱਥੋਂ ਨਵਾਂ ਐਕਟ ਬਣਾ ਲਿਆ ਜਾਂਦਾ ਸੀ। ਇਸ ਨਾਲ ਜਿੱਥੇ ਪੇਸ਼ਕਾਰ ਟੀਮ ਨੂੰ ਮੰਚ ਜੜਤ, ਪਹਿਰਾਵਾ ਤੇ ਮੇਕਅਪ ਬਦਲਣ ਜੋਗਾ ਵਕਤ ਮਿਲ ਜਾਂਦਾ ਸੀ, ਉੱਥੇ ਦਰਸ਼ਕ ਨੂੰ ਵੀ ਇਹ ਸੂਚਨਾ ਮਿਲ ਜਾਂਦੀ ਸੀ ਕਿ ਸਮਾਂ ਅਤੇ ਸਥਾਨ ਦੋਵੇਂ ਬਦਲ ਗਏ ਨੇ। ਜਿਹੜੇ ਕਥਾਨਕਾਂ ਵਿੱਚ ਸਮਾਂ ਅਤੇ ਸਥਾਨ ਨਹੀਂ ਸੀ ਬਦਲਦਾ, ਉਹਨਾਂ ਵਿੱਚ ਕਥਾਨਕ ਦੀ ਸੰਰਚਨਾ ਦੇ ਵੱਖ-ਵੱਖ ਪੜਾਵਾਂ ਜਿਵੇਂ ਕਿ ਆਦਿ, ਮੱਧ, ਅੰਤ ਜਾਂ ਓਪਨਿੰਗ ਜਾਂ ਕਲਾਈਮੈਕਸ ਆਦਿ ਨੂੰ ਉਭਾਰਨ ਲਈ ਐਕਟ ਵੰਡ ਕੀਤੀ ਜਾਂਦੀ ਸੀ। ਕਈ ਵਾਰ ਨਾਟਕ ਦੇ ਭਾਵਾਂ ਜਾਂ ਵਿਸ਼ੇ ਵਿੱਚ ਕੋਈ ਵੱਡੀ ਤਬਦੀਲੀ ਆ ਜਾਂਦੀ ਸੀ ਤਾਂ ਉਸ ਆਧਾਰ ਤੇ ਵੀ ਐਕਟ ਬਣਾਇਆ ਜਾਂਦਾ ਸੀ।
ਤਾਂ ਇਹਨਾਂ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਹੁਣ ਇਕਾਂਗੀ ਜਾਂ ਲਘੂ ਨਾਟਕ ਦੇ ਸੰਬੰਧ ਵਿੱਚ ਕੁਝ ਹੋਰ ਨੇਮ ਸਾਹਮਣੇ ਆਏ। ਪਹਿਲਾ, ਜਿਵੇਂ ਪੂਰੇ ਨਾਟਕ ਦੇ ਇੱਕ ਅੰਗ ਵਿੱਚ ਸਮਾਂ ਅਤੇ ਸਥਾਨ ਨਹੀਂ ਬਦਲਦਾ, ਇਹ ਮੰਨ ਲਿਆ ਗਿਆ ਕਿ ਉਵੇਂ ਇਕਾਂਗੀ ਵਿੱਚ ਵੀ ਸਮਾਂ ਅਤੇ ਸਥਾਨ ਨਹੀਂ ਬਦਲਣਾ ਚਾਹੀਦਾ। ਪਰ ਇੱਕੋ ਹੀ ਸਥਾਨ ਦਾ ਦ੍ਰਿਸ਼ ਹੋਣਾ ਚਾਹੀਦਾ ਤੇ ਹੋਣਾ ਵੀ ਬਿਨਾਂ ਸਮਾਂ ਬਦਲਿਆਂ ਚਾਹੀਦਾ। ਦੂਜਾ, ਪੂਰੇ ਨਾਟਕ ਦੇ ਇੱਕ ਐਕਟ ਵਿੱਚ ਆਮ ਕਰਕੇ ਇੱਕੋ ਭਾਵ ਜਾਂ ਵਿਚਾਰ ਦੀ ਪ੍ਰਮੁੱਖਤਾ ਹੁੰਦੀ ਸੀ ਤੇ ਇਹ ਭਾਵ ਜਾਂ ਵਿਚਾਰ ਵੱਡੇ ਕਥਾਨਕ ਦੇ ਇੱਕ ਛੋਟੇ ਅਤੇ ਵਿਸ਼ੇਸ਼ ਹਿੱਸੇ ਨੂੰ ਪੇਸ਼ ਕਰਦਾ ਸੀ। ਸੋ ਇਹ ਮੰਨ ਲਿਆ ਗਿਆ ਕਿ ਇਕਾਂਗੀ ਵਿੱਚ ਵਿਸ਼ੇ ਅਤੇ ਭਾਵ ਦੀ ਏਕਤਾ ਹੋਣੀ ਚਾਹੀਦੀ ਹੈ ਅਤੇ ਇਕਾਂਗੀ ਵਿਸ਼ੇ ਦੇ ਇੱਕ ਪੱਖ ਉੱਤੇ ਹੀ ਫੋਕਸਡ ਹੋਣੀ ਚਾਹੀਦੀ ਹੈ। ਇਹ ਵੀ ਮੰਨਿਆ ਗਿਆ ਜਾਂ ਮਿਥ ਲਿਆ ਗਿਆ। ਤਾਂ ਮੁੱਖ ਰੂਪ ਵਿੱਚ ਇਕਾਂਗੀ ਨਾਲ ਜੁੜੇ ਸਾਰੇ ਕਾਵਿ ਸ਼ਾਸਤਰੀ ਨੇਮ ਇਕਾਂਗੀ ਨੂੰ ਨਾਟਕ ਦਾ ਇੱਕ ਅੰਗ ਮੰਨੇ ਜਾਣ ਕਾਰਨ ਹੋਣ ਵਿੱਚ ਆਏ। ਇਕਾਂਗੀ ਦੇ ਪਾਤਰ ਸੀਮਤ ਹੁੰਦੇ ਸਨ ਜਾਂ ਸੀਮਤ ਹੋਣੇ ਚਾਹੀਦੇ ਨੇ, ਜਾਂ ਦ੍ਰਿਸ਼ ਵਿਉਂਤ ਸੀਮਤ ਹੋਣੀ ਚਾਹੀਦੀ ਹੈ, ਜਾਂ ਮੰਚ ਸੱਜਾ ਘੱਟ ਹੋਣੀ ਚਾਹੀਦੀ ਹੈ। ਇਹ ਸਾਰੇ ਨੇਮ ਨਹੀਂ ਨੇ, ਇਹ ਸਾਰੇ ਸੁਝਾਅ ਨੇ ਜੋ ਬਾਅਦ ਵਿੱਚ ਕੁਝ ਸਫਲ ਇਕਾਂਗੀਆਂ ਦੇ ਆਧਾਰ ਤੇ ਵਿਦਵਾਨਾਂ ਨੇ ਇਕਾਂਗੀ ਨਾਟਕ ਦੇ ਸੰਬੰਧ ਵਿੱਚ ਦਿੱਤੇ ਤੇ ਇਹ ਸਥਾਪਿਤ ਹੋਏ। ਨਿਯਮ ਤਾਂ ਖੈਰ ਕੋਈ ਹੈ ਹੀ ਨਹੀਂ ਸੀ। ਜੇ ਕੋਈ ਸੀ ਵੀ ਤਾਂ ਬਹੁਤ ਜਲਦੀ ਇਕਾਂਗੀ ਨਾਟਕਕਾਰਾਂ ਨੇ ਉਹ ਰੱਦ ਕਰਨੇ ਸ਼ੁਰੂ ਕਰ ਦਿੱਤੇ। ਇਹ ਠੀਕ ਹੈ ਕਿ ਸਾਹਿਤ ਅਤੇ ਕਲਾ ਰੂਪਾਂ ਨੂੰ ਇੱਕ ਖਾਸ ਕਾਵਿ ਸ਼ਾਸਤਰੀ ਪਛਾਣ ਦੇਣ ਲਈ, ਪਰਿਭਾਸ਼ਾ ਦੇਣ ਦੇ ਲਈ ਵਿਦਵਾਨ ਅਤੇ ਮਾਹਿਰ ਉਹਨਾਂ ਰੂਪਾਂ ਦੀ ਨੇਮ ਅਤੇ ਆਦਰਸ਼ ਮਿਥਦੇ ਨੇ, ਪਰ ਸਿਰਜਣਾਤਮਕ ਲੋਕ ਕਿੱਥੇ ਨਿਯਮਾਂ ਅਤੇ ਆਦਰਸ਼ਾਂ ਵਿੱਚ ਫਸ ਕੇ ਲਿਖਦੇ ਨੇ। ਪ੍ਰਯੋਗ ਤਾਂ ਨਾਟਕ ਦਾ ਮੁੱਢਲਾ ਗੁਣ ਹੈ। ਸੰਸਕ੍ਰਿਤ ਨਾਟਕ ਵਿੱਚ ਨਾਟਕ ਨੂੰ ਕਿਹਾ ਹੀ ਪ੍ਰਯੋਗ ਹੈ। ਸੋ ਇਕਾਂਗੀ ਲਿਖਣ ਵਾਲਿਆਂ ਨੇ ਉਹਨਾਂ ਨੇ ਵੀ ਇਹਨਾਂ ਸਾਰੇ ਨਿਯਮਾਂ ਅਤੇ ਸੁਝਾਵਾਂ ਨੂੰ ਇੱਦਾਂ ਕਹੋ ਕਿ ਛੱਡਣਾ ਸ਼ੁਰੂ ਕਰ ਦਿੱਤਾ ਅਤੇ ਇਕਾਂਗੀ ਨਾਟਕ ਵਿੱਚ ਵਿਸ਼ੇ ਅਤੇ ਵਿਧੀਆਂ ਦੇ ਇੰਨੇ ਗੰਭੀਰ ਤੇ ਵੱਡੇ ਪ੍ਰਯੋਗ ਕੀਤੇ ਕਿ ਜੇ ਕੋਈ ਫਰਕ ਇਕਾਂਗੀ ਲਘੂ ਨਾਟਕ ਜਾਂ ਨਾਟਕ ਦੇ ਮਾਮਲੇ ਵਿੱਚ ਸ਼ੁਰੂਆਤ ਵਿੱਚ ਨਜ਼ਰ ਆਇਆ ਵੀ, ਉਹ ਬਹੁਤ ਜਲਦੀ ਮਿਟ ਗਿਆ, ਖਤਮ ਹੋ ਗਿਆ, ਦਿਖਣੋਂ ਬੰਦ ਹੋ ਗਿਆ। ਸਿਰਫ ਇੱਕ ਫਰਕ ਬਚਿਆ, ਟਾਈਮ ਦਾ। ਨਾਟਕ ਅੱਜ ਵੀ 1.5 ਤੋਂ 2.5 ਘੰਟੇ ਤੱਕ ਫੈਲਦਾ ਤੇ ਇਕਾਂਗੀ ਜਾਂ ਲਘੂ ਨਾਟਕ ਅੱਜ ਵੀ 25 ਤੋਂ 45 ਮਿੰਟ ਵਿੱਚ ਹੀ ਖੇਡੇ ਜਾਣ ਦੀ ਰਵਾਇਤ ਹੈ। ਸੰਸਾਰ ਨਾਟਕ ਦੇ ਹਵਾਲਿਆਂ ਨਾਲ ਮੈਂ ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਸਵਾਏ ਪੇਸ਼ਕਾਰੀ ਸਮੇਂ ਦੇ, ਭਾਵ ਰਨਿੰਗ ਟਾਈਮ ਦੇ, ਨਾਟਕ ਇਕਾਂਗੀ ਤੇ ਪੂਰੇ ਨਾਟਕ ਵਿੱਚ ਕੋਈ ਵਿਧਾਗਤ ਫਰਕ ਹੁਣ ਨਹੀਂ ਬਚਿਆ। ਨਾਟਕਕਾਰਾਂ ਨੇ ਛੱਡਿਆ ਹੀ ਨਹੀਂ। ਕਿਵੇਂ? ਆਓ ਹੁਣ ਇੱਕ ਨਜ਼ਰ ਇਸ ਇਤਿਹਾਸ ਉੱਤੇ ਵੀ ਮਾਰਦੇ ਹਾਂ। ਜਿਵੇਂ ਕਿ ਮੈਂ ਪਿੱਛੇ ਵੀ ਕਿਹਾ, ਇਕਾਂਗੀ ਨਾਟਕ ਦੀ ਇੱਕ ਅੰਗ ਵਰਗੀ ਵਿਧਾ ਤੇ ਇਸ ਦਾ ਮੁੱਖ ਮਨੋਰਥ ਹਲਕੇ ਫੁਲਕੇ ਵਿਸ਼ਿਆਂ ਨਾਲ ਲੋਕਾਂ ਦਾ ਮਨੋਰੰਜਨ ਕਰਨਾ ਸੀ, ਪਰ ਬਹੁਤ ਜਲਦੀ ਇਸ ਵਿੱਚ ਪ੍ਰਯੋਗ ਹੋਣ ਲੱਗੇ। ਐਂਟੋਨ ਚੈਖਵ, ਹੈਰਲਡ ਪਿੰਟਰ, ਟੈਨੇਸੀ ਵਿਲੀਅਮ, ਅਗਸਟ ਸਟ੍ਰਿੰਡਬਰਗ, ਜਾਨ ਪਾਲ ਸਾਰਤਰੇ, ਡੇਵਿਡ ਮੈਮੇਟ, ਯੂਜੀਨ ਓਨੀਲ, ਆਰਥਰ ਮਿਲਰ, ਐਡਵਰਡ ਐਲਬੀ, ਇਹ ਸਾਰੇ ਚੋਟੀ ਦੇ ਨਾਟਕਕਾਰ ਸਨ ਜਿਨ੍ਹਾਂ ਨੇ ਅਜਿਹੇ ਇਕਾਂਗੀ ਤੇ ਛੋਟੇ ਨਾਟਕ ਲਿਖੇ ਜਿਨ੍ਹਾਂ ਦੇ ਨਾ ਸਿਰਫ ਵਿਸ਼ੇ ਪੂਰੇ ਨਾਟਕਾਂ ਵਰਗੇ ਗੰਭੀਰ ਸਨ, ਸਗੋਂ ਇਹ ਕਈ ਤਰੀਕਿਆਂ ਨਾਲ, ਕਈ ਤਰੀਕਿਆਂ ਦੀਆਂ ਨਾਟ ਜੁਗਤਾਂ ਵਰਤ ਕੇ ਸਮੇਂ ਅਤੇ ਸਥਾਨ ਦੀ ਏਕਤਾ ਦੇ ਨੇਮ ਨੂੰ ਵੀ ਰੱਦ ਕਰਦੇ ਸਨ। ਮਿਸਾਲ ਵਜੋਂ ਐਂਟੋਨ ਚੈਖਵ ਦਾ ਨਾਟਕ ਦ ਪ੍ਰਪੋਜ਼ਲ, ਇਹ ਇੱਕ ਕਮੇਡੀ ਨਾਟਕ ਹੈ ਤੇ ਇਹ ਹੈ ਹੀ ਕਥਾਨਕ ਦੀ ਅਨੇਕਤਾ ਦਾ ਨਾਟਕ। ਸੈਮੂਅਲ ਬੈਕਟ ਦਾ ਨਾਟਕ ਦ ਕਰਾਪਸ ਲਾਸਟ ਟੇਪ, ਇਹ ਪ੍ਰੋਟੈਗਨਿਸਟ ਕਰਾਪ ਦੇ ਜੀਵਨ ਦੇ ਇੰਨੇ ਪੱਖ ਵਿਖਾਉਂਦਾ ਕਿ
ਕਿ ਨਾਟਕ ਦੇ ਵਿਸ਼ੇ ਜਾਂ ਕਥਾਨਕ ਦਾ ਇੱਕੋ ਪਾਸਾਰ ਜਾਂ ਪਰਤ ਸੰਭਵ ਹੀ ਨਹੀਂ ਸੀ। ਇਸੇ ਤਰ੍ਹਾਂ ਹੈਰਲਡ ਪਿੰਟਰ ਦੇ ਨਾਟਕ ਦਾ ਬਰਥਡੇ ਪਾਰਟੀ, ਸਟ੍ਰਿੰਡਬਰਗ ਦਾ ਨਾਟਕ ਦ ਸਟਰੋਂਗਰ, ਸਾਤਰੇ ਦਾ ਨਾਟਕ ਨੋ ਐਗਜ਼ਿਟ, ਯੂਜੀਨ ਓਨੀਲ ਦਾ ਹਗੀ ਅਤੇ ਐਡਵਰਡ ਅਲਬੀ ਦਾ ਨਾਟਕ ਦ ਜ਼ੂ ਸਟੋਰੀ, ਇਹ ਸਾਰੇ ਅਜਿਹੇ ਇਕਾਂਗੀ ਨਾਟਕ ਨੇ ਜਿਨ੍ਹਾਂ ਵਿੱਚ ਨਾ ਵਿਸ਼ੇ ਦੀ ਇਕਾਰੀ ਤੰਦ ਹੈ, ਨਾ ਕਥਾਨਕ ਦੀ ਏਕਤਾ ਤੇ ਨਾ ਸਮੇਂ ਅਤੇ ਸਥਾਨ ਦਾ ਕੋਈ ਬੰਧਨ ਹੈ। ਜੇ ਪੰਜਾਬੀ ਨਾਟਕ ਵਿੱਚੋਂ ਉਦਾਹਰਨਾਂ ਦੇਣੀਆਂ ਹੋਣ ਤਾਂ ਡਾਕਟਰ ਆਤਮਜੀਤ ਅਤੇ ਗੁਰਸ਼ਰਨ ਸਿੰਘ ਅਜਿਹੇ ਨਾਟਕਕਾਰ ਨੇ ਜਿਨ੍ਹਾਂ ਦੇ ਇਕਾਂਗੀ ਜਾਂ ਲਘੂ ਨਾਟਕ ਕਦੇ ਵੀ ਇਕਾਂਗੀ ਵਿਧਾ ਦੇ ਵਿਸ਼ੇ ਅਤੇ ਵਿਧਾਗਤ ਨਿਯਮਾਂ ਨੂੰ ਨਹੀਂ ਮੰਨਦੇ। ਗੁਰਸ਼ਰਨ ਭਾਜੀ ਦੀ ਮੁਸ਼ਕਿਲ ਇਹ ਸੀ ਕਿ ਉਹਨਾਂ ਨੇ ਨੁੱਕੜ ਤੇ ਜਾ ਕੇ ਨਾਟਕ ਪੇਸ਼ ਕਰਨੇ ਸਨ। ਨੁੱਕੜ ਨਾਟਕ ਬਾਰੇ ਇਹ ਗੱਲ ਸਾਨੂੰ ਪਤਾ ਹੈ ਕਿ ਇਸ ਵਿੱਚ ਸਮੇਂ ਅਤੇ ਸਥਾਨ ਦੇ ਪਰਿਵਰਤਨ ਦੀ ਕੋਈ ਸਹੂਲਤ ਨਹੀਂ ਹੁੰਦੀ। ਤਾਂ ਗੁਰਸ਼ਰਨ ਭਾਜੀ ਨੇ ਆਪਣੇ ਨਾਟਕ ਵਿੱਚ ਸਮੇਂ ਅਤੇ ਸਥਾਨ ਦੀ ਬਦਲੀ ਲਈ ਨਿਤ ਨਵੀਆਂ ਨਾਟਕ ਜੁਗਤਾਂ ਲੱਭੀਆਂ ਤੇ 15-15 ਮਿੰਟ ਦੇ ਉਹਨਾਂ ਨੇ ਅਜਿਹੇ ਸ਼ਾਨਦਾਰ ਲਘੂ ਨਾਟਕ ਲਿਖੇ ਜਿਹੜੇ ਕਥਾਨਕ ਪੱਖੋਂ ਪੂਰੇ ਨਾਟਕਾਂ ਵਾਂਗ ਫੈਲੇ ਹੋਏ ਨੇ। ਆਤਮਜੀਤ ਦਾ ਨਾਟਕ ਸੀਨਾ ਇਸ ਸਮੇਂ ਦੇ ਨੇਮ ਨੂੰ ਤੋੜਦਾ। ਅਜਮੇਰ ਸਿੰਘ ਔਲਖ ਦਾ ਨਾਟਕ ਝਨਾ ਦਾ ਪਾਣੀ ਤੇ ਉਹਦੇ ਹੋਰ ਕਈ ਇਹੋ ਜਿਹੇ ਨਾਟਕ ਨਾ ਸਿਰਫ ਸਮੇਂ ਦੇ ਨੇਮ ਨੂੰ ਤੋੜਦੇ ਨੇ, ਸਗੋਂ ਉਸ ਦੇ ਇੱਕ ਰਮਾਇਣ ਹੋਰ, ਤੂੜੀ ਵਾਲਾ ਕੋਠਾ ਜਾਂ ਬਗਾਨੇ ਬੋੜ ਦੀ ਛਾਂ, ਇਹ ਸਾਰੇ ਅਜਿਹੇ ਨਾਟਕ ਨੇ ਜਿਹੜੇ ਬਹੁਤ ਠਰਮੇ ਵਾਲੇ ਨਾਟਕ ਨੇ। ਇਕਾਂਗੀ ਨਾਟਕਾਂ ਵਰਗੀ ਇਹਨਾਂ ਦੀ ਤੋਰ ਨਹੀਂ ਹੈ, ਇਹ ਬਹੁਤ ਮੱਠੀ ਤੋਰ ਤੁਰਨ ਵਾਲੇ ਨਾਟਕ ਨੇ। ਡਾਕਟਰ ਆਤਮਜੀਤ ਦੇ ਨਾਟਕ ਰੇਲ ਗੱਡੀ, 3.5 ਲੱਤਾਂ ਵਾਲਾ ਮੇਜ਼, ਦਾਇਰਾ ਅਤੇ ਸਲੀਬ, ਮੇਰੇ ਨਾਟਕ ਇਕਾਂਗੀ ਨਾਟਕ ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ, ਦੂਰ ਕਿਤੇ ਜਾਂ ਜ਼ਹਿਰ, ਇਹਨਾਂ ਨਾਟਕਾਂ ਦੇ ਵਿਸ਼ੇ ਪੂਰੇ ਨਾਟਕਾਂ ਵਾਂਗ ਹੀ ਦਾਰਸ਼ਨਿਕ ਨੇ, ਭਾਵ ਇਕਾਂਗੀ ਵਰਗੇ ਵਿਸ਼ੇ ਨਹੀਂ ਨੇ, ਇਹਨਾਂ ਦੀਆਂ ਕਈ ਪਰਤਾਂ ਨੇ। ਇਹ ਜੋ ਮੈਂ ਇਕਾਂਗੀ ਨਾਟ ਭੇਦਾਂ ਦੀ ਗੱਲ ਕੀਤੀ ਹੈ, ਇਹਨਾਂ ਦੇ ਸੰਬੰਧ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਇਕਾਂਗੀ ਦੇ ਇਹ ਲੱਛਣ ਆਮ ਤੌਰ ਤੇ ਪੰਜਾਬੀ ਦੇ ਪੂਰੇ ਨਾਟਕ ਦੇ ਲੱਛਣ ਨੇ। ਮਿਸਾਲ ਵਜੋਂ ਪੰਜਾਬੀ ਨਾਟਕਾਂ ਦਾ ਕਲਾਈਮੈਕਸ ਭਾਵੇਂ ਇਕਾਂਗੀ ਨਾਟਕ ਵਿੱਚ ਹੋਵੇ ਤੇ ਭਾਵੇਂ ਪੂਰੇ ਨਾਟਕ ਵਿੱਚ ਸਦਾ ਬਲਾਸਟਿੰਗ ਹੁੰਦਾ, ਧਮਾਕਾ ਖੇਜ, ਵਿਸਫੋਟਕ। ਬਹੁਤੇ ਪੰਜਾਬੀ ਨਾਟਕਾਂ ਵਿੱਚ ਰਿਜ਼ੋਲੂਸ਼ਨ ਵਾਲਾ ਭਾਗ ਹੁੰਦਾ ਹੀ ਨਹੀਂ। ਜਿਵੇਂ ਕਹਾਣੀ ਦਾ ਅੰਤ ਇੱਕ ਧਮਾਕੇਦਾਰ ਵਾਕ ਨਾਲ ਹੋ ਜਾਂਦਾ ਆਮ ਤੌਰ ਤੇ, ਪੰਜਾਬੀ ਦੇ ਬਹੁਤੇ ਨਾਟਕ, ਇਕਾਂਗੀਆਂ ਅਤੇ ਲਘੂ ਨਾਟਕ, ਤਿੰਨਾਂ ਦਾ ਅੰਤ ਉਹ ਵੀ ਇੱਕ ਧਮਾਕੇਦਾਰ ਮੂਵਮੈਂਟ ਨਾਲ ਜਾਂ ਕਈ ਵਾਰ ਇੱਕ ਡਾਇਲੌਗ ਨਾਲ ਹੋ ਜਾਂਦਾ। ਇਹ ਇਕਾਂਗੀ ਦੀ ਤਕਨੀਕ ਹੈ, ਪੂਰੇ ਨਾਟਕ ਦੀ ਨਹੀਂ। ਬਲਵੰਤ ਗਾਰਗੀ ਦਾ ਨਾਟਕ ਲੋਹਾ ਕੁੱਟ, ਧੂਣੀ ਦੀ ਅੱਗ, ਆਤਮਜੀਤ ਦਾ ਨਾਟਕ ਰਿਸ਼ਤਿਆਂ ਦਾ ਕੀ ਰੱਖੀਏ ਨਾ, ਇਹ ਕੁਝ ਬਹੁਤ ਤਾਕਤਵਰ ਨਾਟਕ ਨੇ, ਪਰ ਇਹ ਰਵਾਇਤੀ ਕਿਸਮ ਦੇ ਕਲਾਈਮੈਕਸ ਤੇ ਰਿਜ਼ੋਲੂਸ਼ਨ ਵਾਲੇ ਭਾਗਾਂ ਤੋਂ ਬਿਲਕੁਲ ਮੁਕਤ ਨੇ। ਇਹ ਨਹੀਂ ਨੇ ਇਹਨਾਂ ਵਿੱਚ ਰਿਜ਼ੋਲੂਸ਼ਨ ਵਾਲੇ ਭਾਗ ਜੋ ਕਿ ਪੂਰੇ ਨਾਟਕ ਵਿੱਚ ਹੋਣੇ ਜ਼ਰੂਰੀ ਹੁੰਦੇ ਨੇ। ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਕਾਫੀ ਸਾਰੇ ਪੂਰੇ ਪੰਜਾਬੀ ਨਾਟਕ, ਉਹਨਾਂ ਵਿੱਚ ਸਮੇਂ ਅਤੇ ਸਥਾਨ ਦੀ ਅਨੇਕਤਾ ਨਹੀਂ ਹੈ, ਕਿਉਂਕਿ ਸਾਡੇ ਕੋਲ ਮੰਚ ਉੱਤੇ ਇੱਕ ਤੋਂ ਵਧੇਕ ਦ੍ਰਿਸ਼ ਨਿਰਮਾਣ ਕਰਨ ਦੀ ਸਹੂਲਤ ਬਹੁਤ ਘੱਟ ਹੈ ਜਾਂ ਨਹੀਂ ਹੈ। ਦੂਜਾ, ਸਾਡੇ ਇੱਧਰ ਇਕਾਂਗੀ ਜ਼ਿਆਦਾ ਮੰਚਿਤ ਹੁੰਦਾ, ਜਿਸ ਕਾਰਨ ਬਹੁਤੇ ਨਾਟਕਕਾਰ ਪਹਿਲਾਂ ਕਿਸੇ ਰਚਨਾ ਨੂੰ ਇਕਾਂਗੀ ਵਾਂਗ ਲਿਖਦੇ ਨੇ, ਫਿਰ ਖਿੱਚ ਕੇ ਉਸ ਨੂੰ ਲੰਬਾ ਕਰਕੇ ਪੂਰਾ ਨਾਟਕ ਬਣਾ ਲੈਂਦੇ ਨੇ। ਅਜਮੇਰ ਸਿੰਘ ਔਲਖ ਦਾ ਨਾਟਕ ਤੂੜੀ ਵਾਲਾ ਕੋਠਾ, ਝਨਾ ਦੇ ਪਾਣੀ, ਆਤਮਜੀਤ ਦਾ ਨਾਟਕ ਸੀਨਾ, ਮੇਰਾ ਨਾਟਕ ਉਸ ਨੂੰ ਕਹੀ, ਇਹ ਸਾਰੇ ਪਹਿਲਾਂ ਇਕਾਂਗੀ ਵਾਂਗ ਲਿਖੇ ਗਏ। ਮੈਂ ਗਿਣ ਮਿਥ ਕੇ ਬਹੁਤ ਘੱਟ ਪਾਤਰਾਂ ਵਾਲੇ, ਇੱਕੋ ਸਮੇਂ ਅਤੇ ਇੱਕੋ ਸਥਾਨ ਉੱਤੇ ਵਾਪਰਨ ਵਾਲੇ ਪੂਰੇ ਨਾਟਕ ਲਿਖੇ ਨੇ। ਟੈਰੋਰਿਸਟ ਦੀ ਪ੍ਰੇਮਿਕਾ, ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਈਡੀਪਸ, ਇਹਨਾਂ ਸਾਰੇ ਨਾਟਕਾਂ ਦਾ ਰਨਿੰਗ ਟਾਈਮ ਭਾਵ ਪੇਸ਼ਕਾਰੀ ਟਾਈਮ 1.5 ਤੋਂ 2 ਘੰਟੇ ਦਾ ਹੈ, ਪਰ ਸਮੇਂ ਅਤੇ ਸਥਾਨ ਦੀ ਏਕਤਾ, ਕਾਰਜ ਦੀ ਵੀ ਏਕਤਾ। ਤੁਹਾਨੂੰ ਕਿਹੜਾ ਰੰਗ ਪਸੰਦ ਹੈ, ਇਸ ਵਿੱਚ ਤਾਂ ਪੇਸ਼ਕਾਰੀ ਤੇ ਕਥਾਨਕੀ ਟਾਈਮ ਉਹ ਦੋਨੋਂ ਇੱਕ ਹੋ ਗਏ ਨੇ, ਭਾਵ ਜਿੰਨੇ ਸਮੇਂ ਦਾ ਕਥਾਨਕ ਹੈ ਓਨਾ ਹੀ ਸਮਾਂ ਉਸ ਦੀ ਪੇਸ਼ਕਾਰੀ ਦਾ ਸਮਾਂ, ਭਾਵ ਜੋ ਕੁਝ ਕਥਾਨਕ ਵਿੱਚ ਵਾਪਰ ਰਿਹਾ
ਉਹ ਪੇਸ਼ਕਾਰੀ ਸਮੇਂ ਵਿੱਚ ਵੀ ਵਾਪਰ ਰਿਹਾ। ਹੋਰ ਵੀ ਪੰਜਾਬੀ ਦੇ ਅਜਿਹੇ ਬਹੁਤ ਸਾਰੇ ਨਾਟਕ ਨੇ ਜਿਨ੍ਹਾਂ ਨੂੰ ਜੇ 1.5 ਘੰਟੇ ਲੰਬੀਆਂ ਇਕਾਂਗੀਆਂ ਵੀ ਕਹਿ ਦਿੱਤਾ ਜਾਵੇ ਤਾਂ ਸ਼ਾਇਦ ਹੀ ਇਹ ਗਲਤ ਹੋਵੇ, ਕਿਉਂਕਿ ਉਹ ਸਮੇਂ, ਸਥਾਨ, ਕਥਾਨਕ ਅਤੇ ਵਿਸ਼ੇ ਪੱਖੋਂ ਇਕਾਂਗੀ ਨਿਯਮਾਂ ਦੇ ਜ਼ਿਆਦਾ ਨੇੜੇ ਨੇ। ਪਿਛਲੇ ਕੁਝ ਦਹਾਕਿਆਂ ਦੇ ਵਿੱਚ ਰੰਗਮੰਚ ਵਿੱਚ ਤਕਨੀਕਾਂ ਵੀ ਬਹੁਤ ਵੱਡੇ ਪੱਧਰ ਤੇ ਸ਼ਾਮਲ ਹੋਈਆਂ ਨੇ, ਵਿਗਿਆਨਿਕ ਤਕਨੀਕਾਂ। ਇਹਨਾਂ ਨੇ ਨਾਟਕ, ਇਕਾਂਗੀ ਅਤੇ ਲਘੂ ਨਾਟਕ ਦੇ ਫਰਕ ਨੂੰ ਮੇਟਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਰੌਸ਼ਨੀਆਂ ਦੀ ਵਰਤੋਂ ਨਾਲ ਸਮੇਂ ਅਤੇ ਸਥਾਨ ਦੀ ਅਨੇਕਤਾ ਦਾ ਮਸਲਾ ਹੱਲ ਕੀਤਾ ਜਾ ਰਿਹਾ। ਫਲੈਸ਼ਬੈਕ ਤਕਨੀਕ ਨਾਲ ਲੰਬੇ ਕਥਾਨਕਾਂ ਨੂੰ ਥੋੜ੍ਹੇ ਪੇਸ਼ਕਾਰੀ ਸਮੇਂ ਵਿੱਚ ਸਮੇਟਣਾ ਸੰਭਵ ਹੋ ਗਿਆ। ਫਿਲਮਾਂ ਅਤੇ ਟੀਵੀ ਜਿਹੇ ਅਤੇ ਵਿਕਸਿਤ ਪੇਸ਼ਕਾਰੀ ਮਾਧਿਅਮ ਲਗਾਤਾਰ ਦੇਖਣ ਕਾਰਨ ਦਰਸ਼ਕ ਦੀ ਰੰਗਮੰਚ ਪ੍ਰਤੀ ਵੀ ਸਮਝ ਜਿਹੜੀ ਹੈ ਵਿਕਸਿਤ ਹੋਈ ਹੈ ਤੇ ਹੁਣ ਉਹ ਜਟਿਲ ਤੋਂ ਜਟਿਲ ਪੇਸ਼ਕਾਰੀਆਂ ਨੂੰ ਵੀ ਬੜੇ ਸਹਿਜ ਨਾਲ ਸਮਝ ਲੈਂਦਾ। ਸੋ ਭਾਵੇਂ ਕਾਲਾਂਤਰ ਨਾਟਕ, ਲਘੂ ਨਾਟਕ ਅਤੇ ਇਕਾਂਗੀ ਵਿਚਕਾਰ ਕੁਝ ਭੇਦ ਨਿਰਧਾਰਿਤ ਕੀਤੇ ਗਏ, ਕੁੱਲ ਮਿਲਾ ਕੇ ਜੇ ਕਹਿਣਾ ਹੋਵੇ ਤਾਂ ਮੈਂ ਇਹ ਕਹਾਂਗਾ ਜਿਨ੍ਹਾਂ ਦਾ ਜ਼ਿਕਰ ਮੈਂ ਪਿੱਛੇ ਕੀਤਾ, ਪਰ ਬਾਅਦ ਵਿੱਚ ਉਹ ਸਾਰੇ ਭੇਦ ਨਾਟਕੀ ਅਤੇ ਰੰਗਮੰਚੀ ਪ੍ਰਯੋਗਾਂ ਦੀ ਭੇਂਟ ਚੜ੍ਹ ਗਏ। ਹੁਣ ਸਿਵਾਏ ਪੇਸ਼ਕਾਰੀ ਸਮੇਂ ਦੇ ਨਾਟਕ, ਲਘੂ ਨਾਟਕ ਅਤੇ ਇਕਾਂਗੀ ਵਿੱਚ ਸ਼ਾਇਦ ਹੀ ਕੋਈ ਫਰਕ ਬਚਿਆ ਹੋਵੇ। ਫਿਰ ਵੀ ਜੇ ਕੋਈ ਅੰਤਿਮ ਧਾਰਨਾ ਪ੍ਰਸਤੁਤ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਵਾਲਾ ਇੱਕ ਅੰਕੀ ਨਾਟਕ ਇਕਾਂਗੀ ਹੈ। ਪਰ ਨਾਲ ਹੀ ਇਹ ਕਹਿਣਾ ਵੀ ਪਵੇਗਾ ਕਿ ਨਾਟਕ ਕਲਾ ਦਾ ਇਤਿਹਾਸ ਇਸ ਪਰਿਭਾਸ਼ਾ ਨੂੰ ਮਾਨਤਾ ਨਹੀਂ ਦਿੰਦਾ। ਹਾਂ, ਵੱਖੋ ਵੱਖਰੀਆਂ ਬੋਲੀਆਂ ਵਿੱਚ ਨਾਟਕ, ਇਕਾਂਗੀ ਅਤੇ ਲਘੂ ਨਾਟਕ ਇਹ ਜ਼ਰੂਰ ਕਾਵਿ ਸ਼ਾਸਤਰੀ ਫਰਕ ਰੱਖਦੇ ਨੇ। ਜਿਵੇਂ ਕਿ ਪੰਜਾਬੀ ਦਾ ਪੂਰਾ ਨਾਟਕ ਪੰਜਾਬੀ ਇਕਾਂਗੀ ਅਤੇ ਪੰਜਾਬੀ ਲਘੂ ਨਾਟਕ ਨਾਲੋਂ ਕਈ ਕਾਰਨਾਂ ਕਰਕੇ ਬਿਲਕੁਲ ਵੱਖਰਾ, ਪਰ ਇਸ ਬਾਰੇ ਕਿਸੇ ਵੱਖਰੇ ਵੀਡੀਓ ਵਿੱਚ ਗੱਲ ਕਰਾਂਗੇ।